Dear students, welcome to Amrit Senior Secondary School. प्यारे विद्यार्थियों, आज मैं ਤੁਹਾਨੂੰ 8th क्लास ਦੀ ਸਾਇੰਸ ਦੀ ਟੈਕਸਟ ਬੁੱਕ ਦਾ ਚੈਪਟਰ ਨੰਬਰ 3 ਸਿੰਥੈਟਿਕ ਫਾਈਬਰਸ ਐਂਡ ਪਲਾਸਟਿਕ ਦਾ ਸੈਕਿੰਡ ਪਾਰਟ ਕਰਵਾਉਣ ਜਾ ਰਹੀ ਹਾਂ, ਜੋ ਕਿ ਤੁਹਾਡੀ ਬੁੱਕ ਦਾ ਪੇਜ ਨੰਬਰ 36 ਤੋਂ ਲੈ ਕੇ 39 ਦੇ ਵਿਚਕਾਰ ਹੈ। ਅਸੀਂ ਪਿਛਲੀ ਵੀਡੀਓ 'ਚ ਗੱਲ ਕੀਤੀ ਸਿੰਥੈਟਿਕ ਫਾਈਬਰ ਕੀ ਹੁੰਦਾ ਹੈ, ਸਾਨੂੰ ਇਸ ਦੇ ਕੀ ਲਾਭ ਹਨ ਤੇ ਕੀ ਨੁਕਸਾਨ ਹਨ। ਅੱਜ ਅਸੀਂ ਗੱਲ ਕਰਾਂਗੇ ਉਹਦੇ ਸੈਕਿੰਡ ਪਾਰਟ ਦੀ ਪਲਾਸਟਿਕ ਬਾਰੇ ਕਿ ਪਲਾਸਟਿਕ ਕੀ ਹੈ। आओ शुरू करते हैं जी। प्लास्टिक इज़ आल्सो पॉलीमर लाइक द सिंथेटिक फाइबर। कहना जी प्लास्टिक की है जी एक पॉलीमर है, ठीक है जी, जो छोटी छोटी इकाइयों मिलकर बनता है, जिस तरह सिंथेटिक फाइबर बनता सी। प्लास्टिक आर्टिकल्स आर अवेलेबल इन आल पॉसीबल शेप्स एंड साइज़। कहना जी प्लास्टिक चीज़ां सानू किसी भी आकार, ठीक है जी, किसी भी शेप ते साइज़ सानू आसानी नाल मिल जांदियां ने। प्लास्टिक कैन बी रिसाइकल्ड, रीयूज, कलर्ड, मेल्टेड, रोल्ड इनटू शीट्स। कहना जी प्लास्टिक ਨੂੰ ਅਸੀਂ ਰੀਸਾਈਕਲ ਵੀ ਕਰ ਸਕਦੇ ਹਾਂ, ਰੀਯੂਜ਼ ਵੀ ਕਰ ਸਕਦੇ ਹਾਂ, ਕਲਰ ਵੀ ਕਰ ਸਕਦੇ ਹਾਂ, ਪਿਘਲਾ ਵੀ ਸਕਦੇ ਹਾਂ ਤੇ ਇਹਨੂੰ ਸ਼ੀਟਾਂ ਦੇ ਵਿੱਚ ਵੀ, ਪਤਲੀਆਂ ਵੀ ਸ਼ੀਟਾਂ ਦੇ ਵਿੱਚ ਵੀ ਬਣਾ ਸਕਦੇ ਹਾਂ। ਤੁਸੀਂ ਆਪਣੇ ਘਰਾਂ ਦੇ ਵਿੱਚ ਪਲਾਸਟਿਕ ਚੀਜ਼ਾਂ ਵੇਖੀਆਂ ਹੀ ਹੋਣਗੀਆਂ, ਜਿਵੇਂ ਤੁਹਾਡੀ ਬੁੱਕ ਦੇ ਵੀ ਡਾਇਗਰਾਮ ਨਜ਼ਰ ਆ ਹੀ ਰਹੀ ਹੈ। ਇੱਕ ਚੇਅਰ ਹੈ, ਠੀਕ ਹੈ ਜੀ, ਕਾਹਦੀ ਬਣੀ ਹੋਈ, ਪਲਾਸਟਿਕ ਦੀ ਬਣੀ ਹੋਈ ਹੈ, ਠੀਕ ਹੈ। ਇੱਕ ਬਾਲਟੀ ਕਾਹਦੀ ਬਣੀ ਹੋਈ ਹੈ, ਇਹ ਵੀ ਪਲਾਸਟਿਕ ਦੀ ਬਣੀ ਹੋਈ ਹੈ, ਠੀਕ ਹੈ। ਨੀਚੇ ਨਜ਼ਰ ਤੁਹਾਨੂੰ ਆ ਹੀ ਰਿਹਾ ਇੱਕ ਡਸਟਬਿਨ, ਉਹ ਵੀ ਪਲਾਸਟਿਕ ਦਾ ਬਣਿਆ ਹੋਇਆ ਹੈ। ਬੱਚਿਆਂ ਦੇ ਖਿਡੌਣੇ ਅੱਜ ਕੱਲ੍ਹ ਉਹ ਵੀ ਮਾਰਕੀਟ 'ਚ ਪਲਾਸਟਿਕ ਦੇ ਨਜ਼ਰ ਆ ਰਹੇ ਨੇ। ਇਸ ਕਰਕੇ ਕਹਿ ਰਿਹਾ ਜੀ ਸਾਡੇ ਘਰਾਂ ਦੇ ਵਿੱਚ ਜਾਂ ਆਲੇ ਦੁਆਲੇ ਜੋ ਚੀਜ਼ਾਂ ਤੁਹਾਨੂੰ ਮਿਲ ਰਹੀਆਂ ਸਾਰੀਆਂ ਕਾਹਦੀਆਂ ਬਣੀਆਂ ਹੋਈਆਂ, ਅੱਜ ਕੱਲ੍ਹ ਪਲਾਸਟਿਕ ਦੀਆਂ ਬਣੀਆਂ ਨੇ। ਅਤੇ ਪਲਾਸਟਿਕ ਕਿਸੇ ਵੀ ਸ਼ੇਪ ਅਤੇ ਸਾਈਜ਼ ਦੇ ਵਿੱਚ ਸਾਨੂੰ ਆਸਾਨੀ ਨਾਲ ਮਿਲ ਜਾਂਦਾ ਹੈ। ਅੱਗੋਂ ਗੱਲ ਕਰ ਰਹੇ ਹਾਂ ਜੀ ਪੋਲੀਥੀਨ। ਪੋਲੀ ਪਲੱਸ ਈਥੇਨ ਇਜ਼ ਐਨ ਐਗਜ਼ਾਮਪਲ ਆਫ ਪਲਾਸਟਿਕ। ਕਹਿੰਦਾ ਜੀ ਪੋਲੀਥੀਨ ਕਾਹਦੀ ਐਗਜ਼ਾਮਪਲ ਹੈ, ਪਲਾਸਟਿਕ ਦੀ ਐਗਜ਼ਾਮਪਲ ਹੈਗੀ ਹੈ। ਇਟ ਇਜ਼ ਯੂਜ਼ਡ ਫॉर ਮੇਕਿੰਗ ਕਾਮਨਲੀ यूज़ पॉलीथीन बैग्स। कहना जी पॉलीथीन कितने यूज़ किया जाता, पॉलीथीन बैग बनाने यूज़ किया जाता है। जो असीं मार्केट कोई सब्जी लैन जाने या फल फ्रूट लैन जाने जो सानू चीज़ां पैक करके दिंदा भाई, वो काहदे विच दिंदा, लिफाफे विच। वो काहदे लिफाफे बने होंदे ने, पॉलीथीन दे बने होंदे ने। टाइप्स बेसिकली प्लास्टिक्स आर 2 टाइप्स। कहना जी बेसिकली प्लास्टिक कितने तरह का होंदा, 2 तरह का होंदा। नंबर 1 थर्मोप्लास्टिक, नंबर 2 थर्मोसैटिक प्लास्टिक। थर्मोप्लास्टिक की होंदा जी, सम प्लास्टिक आर्टिकल्स कैन बैंड ईजीली वाइल सम ब्रेक वैन फोर्स टू बैंड। कहना जी कुछ प्लास्टिक चीज़ां ਇਹੋ ਜਿਹੀਆਂ ਹੁੰਦੀਆਂ ਨੇ ਜਿਹਨੂੰ ਅਸੀਂ ਆਸਾਨੀ ਨਾਲ ਮੋੜ ਸਕਦੇ ਹਾਂ, ਅਤੇ ਕਈ ਵਾਰੀ ਕੀ ਹੁੰਦਾ ਜੀ ਉਹ ਆਸਾਨੀ ਨਾਲ ਜੋ ਮੋੜਦੇ ਟੁੱਟ ਜਾਂਦੀਆਂ ਨੇ। ਜਿਸ ਤਰ੍ਹਾਂ ਸਕੈਚ ਪੈਨ ਹੈ, ਇਹਨੂੰ ਮੈਂ ਕਾਹਦਾ ਬਣਿਆ, ਪਲਾਸਟਿਕ ਦਾ ਬਣਿਆ। ਜਿਹਨੂੰ ਬੈਂਡ ਮੋੜਨ ਦੀ ਕੋਸ਼ਿਸ਼ ਕਰਾਂ ਮੁੜ ਜਾਏਗਾ, ਪਰ ਜੇਕਰ ਜ਼ਿਆਦਾ ਜ਼ੋਰ ਨਾਲ ਇਹਨੂੰ ਮੋੜਾਂਗੇ ਤਾਂ ਕੀ ਹੋ ਜਾਏਗੀ, ਉਹ ਟੁੱਟ ਜਾਵੇਗਾ। ਸਮ ਪਲਾਸਟਿਕ ਵਿਚ ਗੈਟਸ deformed easily on heating and can be bent easily are known as thermoplastic। ਕਹਿੰਦਾ ਜੀ ਕੁਝ ਪਲਾਸਟਿਕ ਚੀਜ਼ਾਂ ਇਹੋ ਜਿਹੀਆਂ ਹੁੰਦੀਆਂ ਨੇ ਜਿਹਨੂੰ ਅਸੀਂ ਗਰਮ ਕਰਦੇ ਹਾਂ, ਠੀਕ ਹੈ ਜੀ, ਅਤੇ ਉਹ ਆਸਾਨੀ ਨਾਲ ਮੁੜ ਜਾਂਦੇ ਨੇ, ਕਿਸੇ ਵੀ ਸਾਂਚੇ ਵਿੱਚ ਢਾਲ ਸਕਦੇ ਹਾਂ। ਉਹਨਾਂ ਨੂੰ ਕੀ ਬੋਲਾਂਗੇ, ਥਰਮੋਪਲਾਸਟਿਕ ਬੋਲਾਂਗੇ। ਐਗਜ਼ਾਮਪਲ ਪੋਲੀਥੀਨ ਐਂਡ PVC। ਕਹਿੰਦਾ ਜੀ ਥਰਮੋਪਲਾਸਟਿਕ ਕਿਹੜੀ ਐਗਜ਼ਾਮਪਲ ਹੈ ਜੀ, ਇੱਕ ਪੋਲੀਥੀਨ ਅਤੇ ਇੱਕ PVC। These are used for manufacturing toys, combs and various types of container। ਕਹਿੰਦੇ ਜੀ ਥਰਮੋਪਲਾਸਟਿਕ ਕਾਹਦੇ ਯੂਜ਼ ਕੀਤਾ ਜਾਂਦਾ ਹੈ, ਬੱਚਿਆਂ ਦੇ ਖਿਡੌਣੇ ਬਣਾਉਣ ਵਿੱਚ, ਕੰਘੀਆਂ ਬਣਾਉਣ ਵਿੱਚ, ਅਤੇ ਘਰਾਂ ਦੇ ਕਾਫੀ ਜ਼ਿਆਦਾ ਬਰਤਨ ਬਣਾਉਣ ਯੂਜ਼ ਕੀਤਾ ਜਾਂਦਾ ਹੈ। ਕਿਸ ਨੂੰ ਯੂਜ਼ ਕਰਦੇ ਹਾਂ, ਥਰਮੋਪਲਾਸਟਿਕ ਨੂੰ। ਹੁਣ ਗੱਲ ਕਰਦੇ ਹਾਂ ਥਰਮੋਸੈਟਿਕ ਪਲਾਸਟਿਕ ਦੀ। ਸਮ ਪਲਾਸਟਿਕ ਵਿਚ ਵੈਨ ਮੋਲਡਡ ਵਨਸ ਕੈਨ ਨੋਟ ਬੀ ਸੌਫਟਨਡ ਬਾਈ ਹੀਟਿੰਗ, ਥੀਸ ਆਰ ਕਾਲਡ ਥਰਮੋਸੈਟਿਕ ਪਲਾਸਟਿਕ। ਕਹਿੰਦਾ ਜੀ ਕੁਝ ਪਲਾਸਟਿਕ ਇਹੋ ਜਿਹੇ ਹੁੰਦੇ ਨੇ ਜਿਹਨੂੰ ਅਸੀਂ ਇੱਕ ਵਾਰੀ ਜੋ ਸਾਂਚੇ ਢਾਲ ਲਿਆ, ਜੋ ਉਹਨੇ ਇੱਕ ਵਾਰੀ ਬਣਾ ਲਿਆ, ਜੇਕਰ ਦੁਬਾਰਾ ਉਹਨੂੰ ਗਰਮ ਕਰਕੇ ਨਰਮ ਕਰਾਂਗੇ ਤਾਂ ਨਰਮ ਨਹੀਂ ਹੋਏਗਾ। ਉਹਨਾਂ ਨੂੰ ਕੀ ਬੋਲਦੇ ਨੇ, ਥਰਮੋਸੈਟਿਕ ਪਲਾਸਟਿਕ। ਜਿਹੜੀ ਚੀਜ਼ ਇੱਕ ਵਾਰੀ ਜੋ ਬਣ ਗਈ ਉਹਨੂੰ ਦੁਬਾਰਾ ਅਸੀਂ ਨਰਮ ਨਹੀਂ ਕਰ ਸਕਦੇ ਗਰਮ ਕਰਕੇ, ਉਹਨੂੰ ਕੀ ਬੋਲਾਂਗੇ, ਥਰਮੋਸੈਟਿਕ ਪਲਾਸਟਿਕ। ਐਗਜ਼ਾਮਪਲ ਕੀ ਹੈ ਜੀ ਉਹਦੀ, ਬੈਕਾਲਾਈਟ ਐਂਡ ਮੈਲੇਮਾਈਨ। ਥਰਮੋਪਲਾਸਟਿਕ ਦੀ ਐਗਜ਼ਾਮਪਲ ਕੀ ਹੈ ਜੀ, ਇੱਕ ਬੈਕਾਲਾਈਟ ਅਤੇ ਇੱਕ ਮੈਲੇਮਾਈਨ। ਬੈਕਾਲਾਈਟ ਇਜ਼ ਅ ਪਿਓਰ ਕੰਡਕਟਰ ਆਫ ਹੀਟ ਐਂਡ ਇਲੈਕਟ੍ਰੀਸਿਟੀ। ਕਹਿੰਦਾ ਜੀ ਬੈਕਾਲਾਈਟ ਕੀ ਹੈ ਜੀ, ਇਹ ਪੂਅਰ ਕੰਡਕਟਰ ਆਫ ਇਲੈਕਟ੍ਰੀਸਿਟੀ ਐਂਡ ਹੀਟ ਹੈ। ਕਹਿੰਦਾ ਜੀ ਬੈਕਾਲਾਈਟ ਨੂੰ ਅਸੀਂ ਗਰਮੀ ਦੇਈਏ ਜਾਂ ਬਿਜਲੀ ਨਾਲ ਲਗਾਈਏ, ਇਹ 'ਤੇ ਕੋਈ ਵੀ ਅਸਰ ਨਹੀਂ ਹੁੰਦਾ। It is used for making electrical switches, handles of various utensils, etc. Melamine is used for making floor tiles, kitchenware and fabric which resist fires। ਕਹਿੰਦਾ ਜੀ ਬੈਕਾਲਾਈਟ ਦਾ ਕੀ ਯੂਜ਼ ਕਰਦੇ ਆ, ਸਵਿਚ ਬਣਾਉਂਦੇ ਆ, ਠੀਕ ਹੈ ਜੀ। ਕਿਉਂ, ਕਿਉਂਕਿ ਪਿਓਰ ਕੰਡਕਟਰ ਆਫ ਇਲੈਕਟ੍ਰੀਸਿਟੀ ਹੈ, ਇਹਦੇ ਉੱਪਰ ਬਿਜਲੀ ਦਾ ਕੋਈ ਅਸਰ ਨਹੀਂ ਹੁੰਦਾ, ਠੀਕ ਹੈ ਜੀ। ਇਸ ਆਪਣੇ ਘਰਾਂ ਵਿੱਚ ਕਾਫੀ ਤਰ੍ਹਾਂ ਦੇ ਬਰਤਨ ਬਣਾਉਂਦੇ, ਕਾਹਦੇ ਬਣਾਉਂਦੇ ਆ, ਬੈਕਾਲਾਈਟ ਦੇ ਬਣਾਉਂਦੇ ਆ। ਕਹਿੰਦਾ ਜੀ ਮੈਲੇਮਾਈਨ ਦੇ ਕੀ ਬਣਦੀਆਂ ਨੇ, ਫਲੋਰ ਟਾਇਲਸ ਬਣਦੀਆਂ ਪਈਆਂ ਨੇ, ਕਿਚਨ ਦਾ ਸਮਾਨ ਬਣਦਾ ਪਿਆ, ਅਤੇ ਫੈਬਰਿਕ ਕਈ ਤਰ੍ਹਾਂ ਦੇ ਸੂਟ ਵੀ ਬਣਦੇ ਨੇ ਮੈਲਾਮਾਈਨ ਦੇ, ਜਿਨ੍ਹਾਂ ਉੱਪਰ ਬਿਜਲੀ ਦਾ ਕੋਈ ਵੀ ਅਸਰ ਨਹੀਂ ਹੁੰਦਾ। ਐਗਜ਼ਾਮਪਲ ਹੈ ਜੀ ਆਹ ਸਵਿਚਸ ਬਣੇ ਹੋਏ ਨੇ, ਇਹ ਕਾਹਦੇ ਬਣੇ ਹੋਏ ਨੇ, ਬੈਕਾਲਾਈਟ ਦੇ ਬਣੇ ਹੋਏ ਨੇ, ਠੀਕ ਹੈ ਜੀ। ਇਹ ਪਲੇਟ ਕਾਹਦੀ ਬਣੀ ਹੋਈ ਹੈ, ਇਹ ਮੈਲਾਮਾਈਨ ਦੀ ਬਣੀ ਹੋਈ। ਇਹ ਕਾਹਦੀ ਐਗਜ਼ਾਮਪਲਾਂ ਨੇ, ਥਰਮੋਸੈਟਿਕ ਪਲਾਸਟਿਕ ਦੀ ਐਗਜ਼ਾਮਪਲਾਂ ਨੇ। ਇਸ ਕਰਕੇ ਜਿਹੜੇ ਕੰਟੇਨਰ ਘਰਾਂ ਯੂਜ਼ ਕਰਦੇ ਆ ਜਾਂ ਬਿਜਲੀ ਤਾਰਾਂ ਦੇ ਉੱਪਰ ਕੋਟਿੰਗ ਕੀਤੀ ਜਾਂਦੀ ਹੈ, ਉਹ ਕਾਹਦੀ ਕੀਤੀ ਜਾਂਦੀ ਹੈ, ਥਰਮੋਪਲਾਸਟਿਕ ਦੀ ਯੂਜ਼ ਕੀਤੀ ਜਾਂਦੀ ਹੈ। ਹਾਂਜੀ ਹੁਣ ਗੱਲ ਕਰਦੇ ਹਾਂ ਜੀ ਕਰੈਕਟਰਿਸਟਿਕਸ ਆਫ ਪਲਾਸਟਿਕ। ਕਹਿੰਦਾ ਜੀ ਪਲਾਸਟਿਕ ਦੀਆਂ ਕਿਹੜੀਆਂ ਕਿਹੜੀਆਂ ਵਿਸ਼ੇਸ਼ਤਾਵਾਂ ਹੋਣਗੀਆਂ। ਨੰਬਰ 1
ਪਲਾਸਟਿਕ ਇਜ਼ ਨੋਨ ਰਿਐਕਟਿਵ। ਕਹਿੰਦਾ ਜੀ ਪਲਾਸਟਿਕ ਕੀ ਹੈ, ਨੋਨ ਰਿਐਕਟਿਵ, ਇਹ ਕਿਸੇ ਚੀਜ਼ ਦੇ ਨਾਲ ਰਿਐਕਟ ਨਹੀਂ ਕਰਦਾ। ਮੈਟਲਸ ਲਾਈਕ ਆਇਰਨ ਗੈਟ ਰਸਟਡ ਵੈਨ ਲੈਫਟ ਐਕਸਪੋਜ਼ ਟੂ ਮੋਇਸਚਰ ਐਂਡ ਏਅਰ। ਕਹਿੰਦਾ ਜੀ ਮੈਟਲਸ ਜਿਹੜੀਆਂ ਹੋਣ ਕਿ ਧਾਤਾਂ ਹੋਣ, ਜਿਸ ਤਰ੍ਹਾਂ ਲੋਹੀ ਧਾਤ ਹੋਵੇ, ਜੇਕਰ ਇਸ ਨੂੰ ਖੁੱਲ੍ਹੇ ਥਾਂ 'ਤੇ ਰੱਖਿਆ ਜਾਵੇ ਥੋੜ੍ਹੇ ਚਿਰ ਲਈ, ਠੀਕ ਹੈ ਜੀ, ਮੋਇਸਚਰ ਅਤੇ ਏਅਰ ਦੇ ਨਾਲ, ਤਾਂ ਕੀ ਹੋਏਗਾ ਜੀ, ਇਹਦੇ ਉੱਪਰ ਜੰਗ ਲੱਗ ਜਾਵੇਗੀ, ਇਹ ਜਲਦੀ ਜੰਗਾਲੀ ਜਾਂਦੀ ਚੀਜ਼। ਬਟ ਪਲਾਸਟਿਕ ਡੂ ਨੋਟ ਰਿਐਕਟ ਵਿਦ ਵਾਟਰ ਐਂਡ ਏਅਰ, ਦੇ ਆਰ ਨੋਟ ਰਸਟਡ। ਕਹਿੰਦਾ ਜੀ ਪਰ ਪਲਾਸਟਿਕ ਦੇ ਉੱਪਰ ਕੋਈ ਵੀ ਹਵਾ ਅਤੇ ਪਾਣੀ ਦਾ ਅਸਰ ਨਹੀਂ ਹੁੰਦਾ। ਜੇਕਰ ਹਵਾ ਅਤੇ ਪਾਣੀ ਦਾ ਅਸਰ ਨਹੀਂ ਹੋਗਾ, ਦੈਟਸ ਮੀਨ ਉਹਦੇ ਉੱਪਰ ਜੰਗਾਲ ਵੀ ਨਹੀਂ ਲੱਗੇਗੀ। ਦੈਟਸ ਵਾਈ ਦੇ ਆਰ ਯੂਜ਼ ਟੂ ਸਟੋਰ ਵੇਰੀਅਸ ਕਾਈਂਡਸ ਆਫ ਮਟੀਰੀਅਲ ਇੰਕਲੂਡਿੰਗ ਮੈਨੀ ਕੈਮੀਕਲਸ। ਕਹਿੰਦਾ ਜੀ ਇਹੀ ਕਾਰਨ ਹੈ ਜੀ ਪਲਾਸਟਿਕ ਨੂੰ ਅਸੀਂ ਤਾਂ ਯੂਜ਼ ਕਰਦੇ ਹਾਂ, ਕਈ ਤਰ੍ਹਾਂ ਦੇ ਕੈਮੀਕਲ ਨੂੰ ਸਟੋਰ ਕਰਨ ਵਾਸਤੇ, ਜਾਂ ਕਈ ਤਰ੍ਹਾਂ ਦੀਆਂ ਹੋਰ ਚੀਜ਼ਾਂ ਨੂੰ ਸਟੋਰ ਕਰਨ ਵਾਸਤੇ ਪਲਾਸਟਿਕ ਨੂੰ ਯੂਜ਼ ਕਰਦੇ ਹਾਂ, ਕਿਉਂਕਿ ਇਸ ਦੇ ਨਾਲ ਕੋਈ ਵੀ ਜੰਗਾਲ ਨਹੀਂ ਲੱਗਦੀ। ਸੈਕਿੰਡ ਗੱਲ ਕਰਦੇ ਹਾਂ ਜੀ, ਪਲਾਸਟਿਕ ਇਜ਼ ਲਾਈਟ ਸਟਰੋਂਗ ਐਂਡ ਡਿਊਰੇਬਲ। ਕਹਿੰਦਾ ਜੀ ਪਲਾਸਟਿਕ ਕੀ ਹੈ, ਹਲਕਾ ਹੈ, ਠੀਕ ਹੈ ਜੀ, ਸਟਰੋਂਗ ਹੈ ਅਤੇ ਹੰਢਣਸਾਰ ਹੈਗਾ। ਪਲਾਸਟਿਕ ਆਰ ਜਨਰਲੀ ਚੀਪਰ ਦੈਨ ਮੈਟਲਸ। ਇਹ ਸਾਨੂੰ ਪਤਾ ਹੈ ਜੀ ਪਲਾਸਟਿਕ ਚੀਪਰ ਹੁੰਦਾ, ਠੀਕ ਹੈ ਜੀ, ਇਹਦਾ ਰੇਟ ਘੱਟ ਹੁੰਦਾ ਬਾਕੀ ਮੈਟਲਸ ਦੇ ਕੰਪੇਅਰ। ਜਿਸ ਤਰ੍ਹਾਂ ਆਪਾਂ ਆਇਰਨ ਦੀ ਗੱਲ ਕਰੀਏ, ਕਾਪਰ ਦੀ ਗੱਲ ਕਰੀਏ, ਐਲੂਮੀਨੀਅਮ ਦੀ ਗੱਲ ਕਰੀਏ, ਇਹਨਾਂ ਦੀ ਚੀਜ਼ਾਂ ਜ਼ਿਆਦਾ ਮਹਿੰਗੀਆਂ ਹੁੰਦੀਆਂ ਨੇ, ਪਰ ਪਲਾਸਟਿਕ ਕੀ ਹੁੰਦਾ, ਸਸਤਾ ਹੁੰਦਾ। ਦੇ ਆਰ ਵਾਈਡਲੀ ਯੂਜ਼ ਇਨ ਇੰਡਸਟਰੀਜ਼ ਫॉर ਹਾਊਸ ਹੋਲਡਿੰਗ ਆਰਟੀਕਲਸ। ਕਹਿੰਦਾ ਜੀ ਇਸ ਨੂੰ ਉਦਯੋਗਾਂ ਵਿੱਚ ਯੂਜ਼ ਕੀਤਾ ਜਾਂਦਾ ਪਲਾਸਟਿਕ ਨੂੰ, ਅਤੇ ਘਰਾਂ ਦੇ ਵਿੱਚ ਵੀ ਕਾਫੀ ਜ਼ਿਆਦਾ ਯੂਜ਼ ਕੀਤਾ ਜਾਂਦਾ ਹੈ। ਇਫ ਵੀ ਥਿੰਕ ਆਫ ਸਟੋਰਿੰਗ ਆਫ ਫੂਡ ਆਈਟਮ, ਵਾਟਰ, ਮਿਲਕ, ਪਿਕਲ, ਡਰਾਈ ਫਰੂਟਸ ਐਕਸੈਟਰਾ, ਪਲਾਸਟਿਕ ਕੰਟੇਨਰ ਸੀ ਮਸਟ ਕਨਵੀਨੀਅੰਟ। ਕਹਿੰਦਾ ਜੇਕਰ ਇਹ ਸੋਚੀਏ ਕਿ ਆਪਣੇ ਘਰਾਂ ਵਿੱਚ ਕੁਝ ਚੀਜ਼ਾਂ, ਖਾਣ ਦੀਆਂ ਚੀਜ਼ਾਂ ਸਟੋਰ ਕਰਕੇ ਰੱਖਣਾ ਹੋਵੇ, ਸੰਭਾਲ ਕੇ ਰੱਖਣਾ ਹੋਵੇ, ਜਿਵੇਂ ਪਾਣੀ ਹੋ ਗਿਆ, ਦੁੱਧ ਹੋ ਗਿਆ, ਅਚਾਰ ਹੋ ਗਿਆ, ਠੀਕ ਹੈ ਜੀ, ਡਰਾਈ ਫਰੂਟਸ ਵਗੈਰਾ ਹੋ ਗਏ, ਇਹਨਾਂ ਨੂੰ ਸੰਭਾਲ ਕੇ ਰੱਖਾਂਗੇ ਤੇ ਕਾਹਦੇ ਵਾਸਤੇ, ਕਿਹਦੇ ਵਿੱਚ ਰੱਖਾਂਗੇ, ਪਲਾਸਟਿਕ ਦੇ ਬਰਤਨਾਂ ਵਿੱਚ ਰੱਖਾਂਗੇ। ਕਿਉਂ? ਕਿਉਂਕਿ ਪਲਾਸਟਿਕ ਦੇ ਬਰਤਨ ਕੀ ਹੁੰਦੇ, ਕਿਤੇ ਹਲਕੇ ਹੁੰਦੇ ਨੇ, ਦੂਸਰੀ ਗੱਲ ਇਹਨਾਂ ਵਿੱਚ ਇਹ ਟਰਾਂਸਪੇਰੈਂਟ ਹੁੰਦੇ, ਇਹਨਾਂ ਦੇ ਆਰ ਪਾਰ ਸਾਨੂੰ ਨਜ਼ਰ ਆਉਂਦਾ। ਜੋ ਚੀਜ਼ ਸੰਭਾਲ ਕੇ ਰੱਖੀ ਹੋਏਗੀ, ਸਾਨੂੰ ਉਹ ਚੀਜ਼ਾਂ ਨੂੰ ਬਾਰ-ਬਾਰ ਖੋਲ੍ਹ ਕੇ ਵੇਖਣ ਦੀ ਲੋੜ ਨਹੀਂ ਪਵੇਗੀ। ਜੇਕਰ ਉਹ ਚੀਜ਼ਾਂ ਅਸੀਂ ਆਪਾਂ ਮੰਨ ਲਓ ਸਟੀਲ ਦੇ ਵਿੱਚ ਰੱਖੀਆਂ ਹੋਣ ਸੰਭਾਲ ਕੇ, ਠੀਕ ਹੈ, ਜਾਂ ਕੋਪਰ ਦੇ ਬਰਤਨ ਸੰਭਾਲ ਕੇ ਰੱਖੀਆਂ ਹੋਣਗੀਆਂ, ਸਾਨੂੰ ਪਹਿਲਾਂ ਚੀਜ਼ ਨੂੰ ਖੋਲ੍ਹ ਕੇ ਵੇਖਣਾ ਪਵੇਗਾ ਇਹਦੇ ਵਿੱਚ ਕੀ ਰੱਖਿਆ। ਪਰ ਜੇਕਰ ਅਸੀਂ ਪਲਾਸਟਿਕ ਦੀਆਂ ਯੂਜ਼ ਕੀਤੀਆਂ ਹੋਣਗੀਆਂ, ਅਤੇ ਪਲਾਸਟਿਕ ਕੀ ਹੈ, ਟਰਾਂਸਪੇਰੈਂਟ ਹੈ, ਇਹਨੂੰ ਬਾਰ-ਬਾਰ ਖੋਲ੍ਹ ਕੇ ਵੇਖਣ ਦੀ ਲੋੜ ਨਹੀਂ ਪਵੇਗੀ, ਸਾਨੂੰ ਬਾਹਰੋਂ ਪਤਾ ਲੱਗ ਜਾਏਗਾ ਕਿ ਇਹਦੇ ਅੰਦਰ ਕੀ ਰੱਖਿਆ ਹੋਇਆ। ਦਿਸ ਇਜ਼ ਬਿਕੋਜ਼ ਆਫ ਦੇਅਰ ਲਾਈਟ ਵੇਟ, lower price, good strength and easy handling. Being lighter as compared to metals, plastic are used in cars, aircraft and spacecraft. ਕਹਿੰਦਾ ਜੀ ਇਹੀ ਕਾਰਨ ਹੈ ਜੀ ਪਲਾਸਟਿਕ ਦੀ ਵਰਤੋਂ ਜ਼ਿਆਦਾ ਕਰਦੇ ਆ, ਕਿਉਂਕਿ ਇਹ ਹਲਕੇ ਵੀ ਹੁੰਦੇ ਨੇ, ਠੀਕ ਹੈ ਜੀ, ਹੰਢਣਸਾਰ ਵੀ ਹੁੰਦੇ ਨੇ। ਕਹਿੰਦਾ ਜੀ ਬਾਕੀ ਕੰਪੇਅਰ ਕਰੀਏ ਮੈਟਲਸ ਦੇ ਨਾਲ, ਆਇਰਨ ਦੇ ਨਾਲ, ਕੋਪਰ ਦੇ ਨਾਲ ਕੰਪੇਅਰ ਕਰੀਏ, ਤੇ ਪਲਾਸਟਿਕ ਨੂੰ ਯੂਜ਼ ਕਰਦੇ ਪਏ ਆ ਇਹਨਾਂ ਦੇ ਕਾਰਾਂ ਵਿੱਚ, ਠੀਕ ਹੈ ਜੀ, ਏਅਰਕ੍ਰਾਫਟ ਦੇ ਵਿੱਚ, ਠੀਕ ਹੈ ਜੀ, ਸਪੇਸਕ੍ਰਾਫਟ ਦੇ ਵਿੱਚ, ਕਿਉਂਕਿ ਹਲਕੇ ਹੁੰਦੇ ਨੇ, ਤੇ ਬਾਕੀ ਚੀਜ਼ਾਂ ਕਾਫੀ ਮੈਟਲਸ ਭਾਰੀਆਂ ਹੁੰਦੀਆਂ ਨੇ। ਅੱਗੋਂ ਗੱਲ ਕਰਦੇ ਹਾਂ ਜੀ, ਪਲਾਸਟਿਕ ਆਰ ਪੂਅਰ ਕੰਡਕਟਰਸ। ਕਹਿੰਦਾ ਜੀ ਪਲਾਸਟਿਕ ਕੀ ਹੈਗਾ, ਪਲਾਸਟਿਕ ਪਿਓਰ ਕੰਡਕਟਰ ਹੈ ਇਲੈਕਟ੍ਰੀਸਿਟੀ ਤੇ ਹੀਟ ਦਾ। ਪਲਾਸਟਿਕ ਆਰ ਪੂਅਰ ਕੰਡਕਟਰ ਆਫ ਹੀਟ ਐਂਡ ਇਲੈਕਟ੍ਰੀਸਿਟੀ, ਦੈਟ ਇਜ਼ ਵਾਈ ਇਲੈਕਟ੍ਰੀਕਲ ਵਾਇਰਸ ਹੈਵ ਪਲਾਸਟਿਕ ਕਵਰਿੰਗ ਐਂਡ ਹੈਂਡਲਸ ਆਫ ਸਿਕਿਉਰ ਡਰਾਈਵਰਸ ਆਰ ਮੇਡ ਆਫ ਪਲਾਸਟਿਕ। ਕਹਿੰਦਾ ਜੀ ਪਲਾਸਟਿਕ 'ਚ ਕੀ ਹੈ, ਇਹ 'ਚ ਕੀ ਹੀਟ ਅਤੇ ਇਲੈਕਟ੍ਰੀਸਿਟੀ ਦਾ ਪੂਅਰ ਕੰਡਕਟਰ ਹੈ, ਇਹਦੇ ਅੰਦਰ ਨਾ ਤਾਂ ਹੀਟ ਜਲਦੀ ਜਾਂਦੀ ਹੈ ਅਤੇ ਨਾ ਹੀ ਇਲੈਕਟ੍ਰੀਸਿਟੀ ਦੀ ਜ਼ਿਆਦਾ ਨੂੰ ਜਲਦੀ ਸ਼ਾਰਟ ਲੱਗਦਾ ਹੈ। ਇਸ ਕਰਕੇ ਕਹਿੰਦਾ ਜੀ ਜਿਹੜੀ ਤਾਰਾਂ ਹੁੰਦੀਆਂ ਨੇ, ਜਿਹੜੀ ਕੋਪਰ ਦੀਆਂ ਬਣੀਆਂ ਹੁੰਦੀਆਂ, ਉਹ ਕਾਹਦੇ ਨਾਲ ਕਵਰ ਕੀਤੀਆਂ ਜਾਂਦੀਆਂ, ਪਲਾਸਟਿਕ ਦੇ ਨਾਲ ਕਵਰ ਕੀਤੀਆਂ ਜਾਂਦੀਆਂ। ਤੁਸੀਂ ਵੇਖਿਆ ਹੀ ਹੋਵੇਗਾ ਜੀ ਤਾਰਾਂ ਨੂੰ ਆਪਣੇ ਘਰਾਂ ਵਿੱਚ ਜਿਹੜੀਆਂ ਯੂਜ਼ ਕਰਦੇ ਨੇ ਅਸੀਂ, ਉਹਨਾਂ ਵਿੱਚ ਕੀ ਹੁੰਦਾ, ਥੱਲੇ ਤੇ ਕੋਪਰ ਵਾਇਰਸ ਹੈ, ਠੀਕ ਹੈ, ਜਾਂ ਆਇਰਨ ਦੀ ਵਾਇਰ ਲੱਗੀ ਹੋਈ ਹੈ, ਪਰ ਬਾਹਰੋਂ ਕੀ ਕੀਤਾ, ਉਹਨੂੰ ਕਵਰ ਕਾਹਦੇ ਨਾਲ ਕੀਤਾ ਹੋਇਆ, ਪਲਾਸਟਿਕ ਦੇ ਨਾਲ ਕਵਰ ਕੀਤਾ ਗਿਆ। ਕਿਉਂ ਕੀਤਾ ਗਿਆ ਪਲਾਸਟਿਕ ਦੇ ਨਾਲ ਕਵਰ? ਕਿਉਂਕਿ ਜੇਕਰ ਅਸੀਂ ਚੀਜ਼ ਨੂੰ ਟੱਚ ਕਰਾਂਗੇ ਤਾਂ ਸਾਨੂੰ ਕਰੰਟ ਲੱਗ ਸਕਦਾ, ਪਰ ਪਲਾਸਟਿਕ ਕੀ ਹੈ, ਪਿਓਰ ਕੰਡਕਟਰ ਆਫ ਇਲੈਕਟ੍ਰੀਸਿਟੀ ਹੈ, ਜਦੋਂ ਸਾਨੂੰ ਕਰੰਟ ਨੂੰ ਟੱਚ ਕਰਾਂਗੇ ਤਾਂ ਕਰੰਟ ਨਾ ਨਹੀਂ ਲੱਗੇਗਾ, ਇਸ ਕਰਕੇ ਅਸੀਂ ਕਰੰਟ ਤੋਂ ਹੀ ਬਚ ਸਕਦੇ ਹਾਂ। ਹੈਂਡਲਸ ਆਫ ਫਰਾਈਂਗ ਪੈਨਸ ਆਰ ਆਲਸੋ ਮੇਡ ਆਫ ਪਲਾਸਟਿਕ। ਇਸ ਕਰਕੇ ਜੇਕਰ ਚੀਜ਼ ਆਪਾਂ ਗੈਸ ਦੇ ਉੱਪਰ ਧਰੀ ਹੈ ਗਰਮ ਕਰਨ ਵਾਸਤੇ, ਠੀਕ ਹੈ ਜੀ, ਉਹ ਚੀਜ਼ ਨੂੰ ਥੱਲੇ ਉਤਾਰਨਾ ਪਵੇ, ਜਿਸ ਤਰ੍ਹਾਂ ਆਪਾਂ ਫਰਾਈ ਪੈਨਸ ਯੂਜ਼ ਕੀਤਾ ਉਹਨੂੰ ਥੱਲੇ ਉਤਾਰਨਾ ਪਵੇ, ਅਤੇ ਕੀ ਹੈ, ਉਸ ਨਾਲ ਹੱਥ ਲਾਵਾਂਗੇ ਤਾਂ ਹੱਥ ਸੜ ਜਾਵੇਗਾ, ਪਰ ਜੇਕਰ ਉਹਦੇ ਹੈਂਡਲਸ ਹੀ ਪਲਾਸਟਿਕ ਦੇ ਬਣਾਏ ਹੋਣਗੇ ਤਾਂ ਸਾਨੂੰ ਹੱਥ ਨਹੀਂ ਸੜਨਗੇ। ਇਸ ਕਰਕੇ ਯੂਜ਼ ਕਰਦੇ ਆਪਣੇ ਘਰਾਂ ਵਿੱਚ ਪਲਾਸਟਿਕ ਚੀਜ਼ਾਂ ਨੂੰ। ਪਲਾਸਟਿਕਸ ਆਰ ਯੂਜ਼ਡ ਇਨ ਹੈਲਥ ਕੇਅਰ ਇੰਡਸਟਰੀਜ਼। ਕਹਿੰਦਾ ਜੀ ਪਲਾਸਟਿਕ ਹੈਲਥ ਕੇਅਰ ਇੰਡਸਟਰੀ, ਸਿਹਤ ਸੰਭਾਲ ਦੀ ਇੰਡਸਟਰੀ ਦੇ ਵਿੱਚ ਵੀ ਯੂਜ਼ ਕੀਤਾ ਜਾਂਦਾ ਹੈ। Threads used for stitching wounds, syringes, doctor gloves and number of medical instruments। ਕਹਿੰਦਾ ਜੀ ਪਲਾਸਟਿਕ ਨੂੰ ਕਾਫੀ ਜ਼ਿਆਦਾ ਯੂਜ਼ ਕੀਤਾ ਜਾਂਦਾ ਹੈ, ਜਿਵੇਂ ਕਿ ਮੰਨ ਲਓ ਕੋਈ ਥਰੈਡ ਹੈ, ਜਿਹੜੇ ਸਟਿਚਿੰਗ ਲੱਗਦੇ ਨੇ, ਸਾਨੂੰ ਟਾਂਕੇ, ਡਾਕਟਰ ਟਾਂਕੇ ਲਾਉਂਦਾ ਹੈ ਕਿਸੇ ਪੇਸ਼ੈਂਟ ਨੂੰ, ਉਹਦਾ ਧਾਗਾ ਬਣਿਆ ਹੁੰਦਾ, ਕਾਹਦਾ ਬਣਿਆ ਹੁੰਦਾ, ਪਲਾਸਟਿਕ ਦਾ ਬਣਿਆ ਹੁੰਦਾ। ਜਿਹੜੀ ਸਾਡੀ ਸਰਿੰਜ ਆਉਂਦੀਆਂ ਨੇ, ਠੀਕ ਹੈ ਜੀ, ਇੰਜੈਕਸ਼ਨ ਦੀਆਂ ਸਰਿੰਜ ਹੋ ਗਈਆਂ, ਉਹ ਕਾਹਦੀਆਂ ਬਣੀਆਂ ਹੁੰਦੀਆਂ ਨੇ, ਪਲਾਸਟਿਕ ਦੀਆਂ ਬਣੀਆਂ ਹੁੰਦੀਆਂ ਨੇ। ਡਾਕਟਰ ਦੇ ਗਲਵਸ ਕਾਹਦੇ ਬਣੇ ਹੁੰਦੇ ਨੇ, ਉਹ ਵੀ ਪਲਾਸਟਿਕ ਦੇ ਬਣੇ ਹੁੰਦੇ ਨੇ। ਇਸ ਕਰਕੇ ਕਹਿੰਦਾ ਜੀ ਪਲਾਸਟਿਕ ਦਾ ਸਮਾਨ ਅੱਜ ਕੱਲ੍ਹ ਹੈਲਥ ਕੇਅਰ ਡਿਪਾਰਟਮੈਂਟ 'ਚ ਕਾਫੀ ਜ਼ਿਆਦਾ ਯੂਜ਼ ਕੀਤਾ ਜਾਂਦਾ ਹੈ। ਸਪੈਸ਼ਲ ਪਲਾਸਟਿਕ ਕੁੱਕਵੇਅਰ ਇਜ਼ ਯੂਜ਼ ਇਨ ਮਾਈਕ੍ਰੋਵੇਵ ਓਵਨਸ ਫॉर ਕੁਕਿੰਗ ਫੂਡਸ। ਕਹਿੰਦਾ ਜਿਹੜਾ ਮਾਈਕ੍ਰੋਵੇਵ ਓਵਨ ਦੇ ਵਿੱਚ ਜਿਹੜਾ ਅਸੀਂ ਖਾਣਾ ਗਰਮ ਕਰਦੇ ਹਾਂ, ਉਹਦੇ ਵਿੱਚ ਜਿਹੜੇ ਖਾਸ ਤੌਰ ਦੇ ਬਰਤਨ ਬਣੇ ਹੁੰਦੇ ਨੇ, ਉਹ ਵੀ ਕਾਹਦੇ ਬਣੇ ਹੁੰਦੇ ਨੇ, ਪਲਾਸਟਿਕ ਦੇ ਬਣੇ ਹੁੰਦੇ ਨੇ।
ਟੈਫਲॉन इज स्पैशल प्लास्टिक ऑन विच ऑयल एंड वाटर डू नॉट स्टिक। कहते टैफलॉन ਨਾਂ ਦਾ ਇੱਕ स्पैशल प्लास्टिक ਹੁੰਦਾ ਹੈ ਜਿਹਦੇ ਉੱਪਰ ਪਾਣੀ ਤੇ ਆਇਲ ਨਹੀਂ ਚਿਪਕਦਾ। ਇਟ ਇਜ਼ ਯੂਜ਼ਡ ਫॉर ਨॉन ਸਟਿਕ ਕੋਟਿੰਗ ਔਨ ਕੁੱਕਵੇਅਰਸ। ਇਸ ਕਰਕੇ ਟੈਫਲॉन ਕਿੱਥੇ ਯੂਜ਼ ਕੀਤਾ ਜਾਂਦਾ ਹੈ? ਉਹਨਾਂ ਬਰਤਨਾਂ ਦੇ ਉੱਪਰ ਜਿਹੜੇ ਨॉन ਸਟਿਕ ਦੀ ਬਰਤਨ ਯੂਜ਼ ਕਰਦੇ ਆ ਉਹਨਾਂ ਦੀ ਕੋਟਿੰਗ ਕਾਹਦੀ ਹੁੰਦੀ ਹੈ? ਟੈਫਲॉन ਦੀ ਕੋਟਿੰਗ ਹੋਈ ਹੁੰਦੀ ਹੈ ਜਿਹੜੇ ਅਸੀਂ ਆਪਣੇ ਘਰਾਂ ਵਿੱਚ ਨॉन ਸਟਿਕ ਕੁੱਕਵੇਅਰ ਯੂਜ਼ ਕਰਦੇ ਹਾਂ। ਅੱਗੋਂ ਗੱਲ ਕਰਦੇ ਹਾਂ ਜੀ ਫਾਇਰ ਪ੍ਰੂਫ ਪਲਾਸਟਿਕ। ਹਾਂਜੀ, ਫਾਇਰ ਪ੍ਰੂਫ ਪਲਾਸਟਿਕ ਕੀ ਹੁੰਦਾ ਹੈ? ਜਿਹੜਾ ਸਾਨੂੰ ਅੱਗ ਤੋਂ ਬਚਾਉਂਦਾ ਹੈ। ਆਲਦੋ ਸਿੰਥੈਟਿਕ ਫਾਈਬਰ ਕੈਚ ਫਾਇਰ ਈਜ਼ਲੀ। ਕਹਿੰਦਾ ਸਾਨੂੰ ਇੰਨਾ ਪਤਾ ਸਿੰਥੈਟਿਕ ਫਾਈਬਰ ਅੱਗ ਨੂੰ ਜਲਦੀ ਫੜ ਲੈਂਦੇ ਨੇ। ਇਟ ਇਜ਼ ਇੰਟਰਸਟਿੰਗ ਟੂ ਨੋ ਦੈਟ ਦ ਯੂਨੀਫਾਰਮ ਆਫ ਫਾਇਰਮੈਨ ਹੈਵ ਕੋਟਿੰਗ ਆਫ ਮੈਲੇਮਾਈਨ ਪਲਾਸਟਿਕ ਟੂ ਮੇਕ ਦੈਮ ਫਲੇਮ ਰਿਸੈਂਸਿਟਿਵ। ਕਹਿੰਦਾ ਜੀ ਇਸ ਕਰਕੇ ਸਾਨੂੰ ਜਾਣਨਾ ਬੜਾ ਇੰਟਰਸਟਿੰਗ ਜਿਹਾ ਹੋਏਗਾ। ਜਿਹੜੇ ਅਸੀਂ ਫਾਇਰਮੈਨ ਵੇਖਦੇ ਨੇ, ਜਿਹੜੇ ਅੱਗ ਬੁਝਾਉਣ ਵਾਲੇ ਕਰਮਚਾਰੀ ਹੁੰਦੇ ਨੇ, ਉਹਨਾਂ ਦੇ ਕੱਪੜਿਆਂ ਉੱਪਰ ਜਿਹੜੀ ਕੋਟਿੰਗ ਹੋਈ ਹੁੰਦੀ ਉਹ ਕਾਹਦੀ ਹੋਈ ਹੁੰਦੀ ਨੇ? ਮੈਲੇਮਾਈਨ ਦੀ। ਕਿਉਂਕਿ ਅਸੀਂ ਪਹਿਲਾਂ ਵੀ ਪੜ੍ਹਿਆ ਜੀ ਕਿ ਮੈਲੇਮਾਈਨ ਦੇ ਉੱਪਰ ਅੱਗ ਦਾ ਕੋਈ ਅਸਰ ਨਹੀਂ ਹੁੰਦਾ। ਕਿਉਂ ਕੀਤਾ ਜਾਂਦਾ ਜੀ ਉਹਨਾਂ ਉੱਪਰ ਮੈਲੇਮਾਈਨ ਦੀ ਕੋਟਿੰਗ? ਤਾਂ ਜਦੋਂ ਅੱਗ ਦੇ ਵਿੱਚੋਂ ਕਿਸੇ ਨੂੰ ਬਚਾਉਣਗੇ ਤਾਂ ਉਹਨਾਂ ਨੂੰ ਅੱਗ ਨਾ ਲੱਗੇ, ਉਹਨਾਂ ਜਲਦੀ ਅੱਗ ਫੜਦੀ ਨਹੀਂ ਉਹ ਕੱਪੜਿਆਂ ਨੂੰ। ਇਹ ਅਸੀਂ ਪੜ੍ਹਿਆ ਸੀ ਕਿ ਪਲਾਸਟਿਕ ਦੇ ਕਿਹੜੇ ਕਿਹੜੇ ਯੂਜ਼ਸ ਨੇ। ਅੱਗੋਂ ਗੱਲ ਕਰਦੇ ਹਾਂ ਜੀ ਪਲਾਸਟਿਕ ਐਂਡ ਦਾ ਇਨਵਾਇਰਨਮੈਂਟ, ਕਿ ਪਲਾਸਟਿਕ ਤੇ ਵਾਤਾਵਰਨ ਦੇ ਉੱਪਰ ਉਹਦਾ ਕੀ ਅਸਰ ਪੈਂਦਾ, ਚੰਗਾ ਅਸਰ ਪੈਂਦਾ ਕਿ ਮਾੜਾ ਅਸਰ ਪੈਂਦਾ। ਪਲਾਸਟਿਕ ਯੂਜ਼ ਹਾਰਮਫੁਲ ਇਫੈਕਟ ਔਨ ਇਨਵਾਇਰਨਮੈਂਟ। ਵੈਨ ਵੀ ਗੋ ਟੂ ਦਾ ਮਾਰਕੀਟ ਵੀ ਯੂਜ਼ਲੀ ਗੈਟ ਥਿੰਗਸ ਰੈਪਡ ਇਨ ਪਲਾਸਟਿਕ। ਕਹਿੰਦਾ ਜੀ ਪਲਾਸਟਿਕ ਦਾ ਵਾਤਾਵਰਨ ਦੇ ਉੱਪਰ ਵੀ ਕਾਫੀ ਮਾੜਾ ਪ੍ਰਭਾਵ ਪੈਂਦਾ ਹੈ। ਕਹਿੰਦਾ ਤੁਸੀਂ ਮਾਰਕੀਟ ਦੇ ਵਿੱਚ ਕੋਈ ਸ਼ਾਪਿੰਗ ਕਰਨ ਜਾਂਦੇ ਹੋ ਤੇ ਕੀ ਵੇਖਦੇ ਹੋ? ਜਿਹੜੀ ਚੀਜ਼ਾਂ ਸਾਨੂੰ ਪੈਕ ਹੋ ਕੇ ਆਉਂਦੀਆਂ ਨੇ ਕਾਹਦੀਆਂ ਹੁੰਦੀਆਂ ਨੇ? ਪਲਾਸਟਿਕ ਦੇ ਵਿੱਚ ਪੈਕ ਹੋਈਆਂ ਹੁੰਦੀਆਂ ਨੇ, ਪੈਕਡ ਇਨ ਪੋਲੀਥੀਨ ਬੈਗਸ। that is one reason why plastic waste keeps getting accumulated in our homes। ਕਹਿੰਦਾ ਜੀ ਇਸ ਕਰਕੇ ਜਿਹੜਾ ਪਲਾਸਟਿਕ ਇੱਕ ਕਾਰਨ ਇਹ ਵੀ ਹੈ ਕਿ ਪਲਾਸਟਿਕ ਦੀ ਵਰਤੋਂ ਜ਼ਿਆਦਾ ਹੋ ਰਹੀ ਹੈ ਤੇ ਉਹਦੇ ਨਾਲ ਕੀ ਹੁੰਦਾ ਸਾਡੇ ਘਰਾਂ ਵਿੱਚ ਜਿਹੜਾ ਕੂੜਾ ਇਕੱਠਾ ਹੋ ਰਿਹਾ ਕਾਹਦਾ ਬਣਿਆ ਹੁੰਦਾ? ਪਲਾਸਟਿਕ ਦਾ ਬਣਿਆ ਹੁੰਦਾ। ਡਿਸਪੋਜ਼ਲ ਆਫ ਪਲਾਸਟਿਕ ਇਜ਼ ਐਨ ਮੇਜਰ ਪ੍ਰੋਬਲਮ। ਕਹਿੰਦਾ ਜੀ ਇਹਨਾਂ ਡਿਸਪੋਜ਼ਲ, ਇਹਨਾਂ ਦੇ ਕੂੜੇ ਨੂੰ ਸੰਭਾਲ ਕੇ ਨਿਪਟਾਰਾ ਕਰਨਾ ਵੀ ਬਹੁਤ ਜ਼ਿਆਦਾ ਇੱਕ ਵੱਡੀ ਪ੍ਰੋਬਲਮ ਹੋ ਰਹੀ ਹੈ। ਬਾਇਓਡੀਗ੍ਰੇਡੇਬਲ ਸਬਸਟੈਂਸਿਸ। ਬਾਇਓਡੀਗ੍ਰੇਡੇਬਲ ਸਬਸਟੈਂਸਿਸ ਕਿਹੜੇ ਹੁੰਦੇ ਨੇ? A material which gets decomposed through natural processes such as action by bacteria is called biodegradable। ਕਹਿੰਦਾ ਜੀ ਉਹ ਮਟੀਰੀਅਲ ਜਿਹੜੇ ਕਿ ਧਰਤੀ ਦੇ ਵਿੱਚ ਡੀਕੰਪੋਜ਼ਡ ਹੋ ਜਾਣ ਕਿਸੇ ਬੈਕਟੀਰੀਆ ਦੀ ਹੈਲਪ ਦੇ ਨਾਲ, ਠੀਕ ਹੈ ਜੀ, ਉਹਨਾਂ ਨੂੰ ਕੀ ਬੋਲਦੇ ਨੇ? ਬਾਇਓਡੀਗ੍ਰੇਡੇਬਲ। ਆਪਣੇ ਘਰਾਂ ਵਿੱਚ ਜਿਹੜਾ ਕੂੜਾ ਹੁੰਦਾ ਹੈ, ਸਬਜ਼ੀਆਂ ਦਾ ਹੋ ਗਿਆ, ਫਲਾਂ ਦਾ ਹੋ ਗਿਆ, ਠੀਕ ਹੈ ਜੀ, ਜਾਂ ਕੁਝ ਆਪਣਾ ਖਾਣਾ ਜਿਹੜਾ ਬਚਿਆ ਹੁੰਦਾ ਹੈ, ਉਹ ਕੀ ਨੇ? ਬਾਇਓਡੀਗ੍ਰੇਡੇਬਲ ਨੇ। ਬਾਇਓਡੀਗ੍ਰੇਡੇਬਲ ਦਾ ਮਤਲਬ ਕੀ ਹੈ? ਜੋ ਦੁਬਾਰਾ ਮਿੱਟੀ ਦੇ ਵਿੱਚ ਮਿਲ ਜਾਂਦੇ ਨੇ। ਅੱਗੋਂ ਗੱਲ ਕਰ ਰਹੇ ਹਾਂ ਨੋਨ ਬਾਇਓਡੀਗ੍ਰੇਡੇਬਲ। ਇਹ ਮਟੀਰੀਅਲ ਵਿਚ ਇਜ਼ ਨੋਟ ਈਜ਼ਲੀ ਡੀਕੰਪੋਜ਼ਡ ਬਾਈ ਨੈਚੁਰਲੀ ਪ੍ਰੋਸੈਸਿਸ ਇਸ ਟਰਮ ਨੋਨ ਬਾਇਓਡੀਗ੍ਰੇਡੇਬਲ। ਕਹਿੰਦਾ ਜੀ ਉਹ ਮਟੀਰੀਅਲ ਜਿਹੜਾ ਕਿ ਮਿੱਟੀ ਦੇ ਵਿੱਚ ਦੁਬਾਰਾ ਜਲਦੀ ਨਾ ਮਿਲੇ, ਠੀਕ ਹੈ ਜੀ, ਜਿਨ੍ਹਾਂ ਉੱਪਰ ਬੈਕਟੀਰੀਆ ਕੋਈ ਅਸਰ ਨਾ ਕਰਦਾ ਹੋਵੇ, ਉਹਨੂੰ ਕੀ ਬੋਲਦੇ ਨੇ? ਨੋਨ ਬਾਇਓਡੀਗ੍ਰੇਡੇਬਲ। ਤੇ ਪਲਾਸਟਿਕ ਵੀ ਇੱਕ ਨੋਨ ਬਾਇਓਡੀਗ੍ਰੇਡੇਬਲ ਹੈ ਜਿਹਦੇ ਪੇ ਉਹ ਮਿੱਟੀ ਦੇ ਵਿੱਚ ਦੁਬਾਰਾ ਮਿੱਟੀ ਨਹੀਂ ਹੁੰਦਾ, ਉਹ ਜਲਦੀ ਗਲਦਾ ਸੜਦਾ ਨਹੀਂ ਹੈ। ਉਹ ਕੀ ਨੇ? ਬਾਇਓਡੀਗ੍ਰੇਡੇਬਲ ਨੇ, ਜੋ ਵਾਤਾਵਰਨ 'ਤੇ ਬੁਰਾ ਪ੍ਰਭਾਵ ਪਾ ਰਹੇ ਨੇ। ਇਫੈਕਟਸ ਆਫ ਪਲਾਸਟਿਕ। ਪਲਾਸਟਿਕ ਦੇ ਕਿਹੜੇ ਕਿਹੜੇ ਇਫੈਕਟਸ ਨੇ ਇਨਵਾਇਰਨਮੈਂਟ ਉੱਪਰ ਪੈ ਰਹੇ ਨੇ? ਪਲਾਸਟਿਕ ਇਜ਼ ਨੋਨ ਬਾਇਓਡੀਗ੍ਰੇਡੇਬਲ। ਹੁਣ ਇਹਦਾ ਸਮਝਾਇਆ ਜੀ ਪਲਾਸਟਿਕ ਨੋਨ ਬਾਇਓਡੀਗ੍ਰੇਡੇਬਲ ਹੈ, ਉਹ ਜਲਦੀ ਸੜਦਾ ਨਹੀਂ ਹੈ, ਉਹਨੂੰ ਜਿੰਨਾ ਚਿਰ ਮਰਜ਼ੀ ਸਾਲ ਕਿੰਨੇ ਸਾਲ ਬਾਅਦ ਮਿੱਟੀ ਦੱਬ ਕੇ ਰੱਖੋ ਦੁਬਾਰਾ ਵੀ ਕਦੀ ਉਹ ਗਲਦਾ ਨਹੀਂ ਹੈ, ਉਹ ਦੁਬਾਰਾ ਉਸ ਤਰ੍ਹਾਂ ਦਾ ਉਸ ਤਰ੍ਹਾਂ ਹੀ ਮਿਲ ਜਾਂਦਾ ਹੈ। ਤੁਸੀਂ ਆਪਣੇ ਇੱਕ ਐਗਜ਼ਾਮਪਲ ਵੇਖੀ ਹੋਏਗੀ, ਆਪਣੇ ਘਰਾਂ ਵਿੱਚ ਪੋਲੀਥੀਨ ਦੇ ਬੈਗ ਤੁਸੀਂ ਸੁੱਟੇ ਹੋਣਗੇ ਬਾਹਰ, ਮਿੱਟੀ ਵੀ ਦੱਬੇ ਹੋਣਗੇ, ਤੁਸੀਂ 3-4 ਸਾਲਾਂ ਬਾਅਦ ਵੀ ਕੱਢੋਗੇ ਨਾ ਬੈਗ ਨੂੰ, ਉਸ ਤਰ੍ਹਾਂ ਨਿਕਲ ਆਉਣਗੇ ਬਾਹਰ, ਉਹ ਜਲਦੀ ਗਲਦੇ ਸੜਦੇ ਨਹੀਂ। ਪਰ ਜੇਕਰ ਦੂਸਰੀ ਤਰ੍ਹਾਂ ਜੇਕਰ ਤੁਸੀਂ ਪੇਪਰ, ਠੀਕ ਹੈ ਜੀ, ਕਾਗਜ਼ ਵਗੈਰਾ ਸੁੱਟੋਗੇ ਬਾਹਰ, ਉਹ ਜਲਦੀ ਗਲ ਜਾਂਦਾ, ਉਹ 2-3 ਦਿਨਾਂ ਦੇ ਅੰਦਰ ਹੀ ਗਲ ਜਾਂਦਾ। Since plastic takes several years to decompose, it is not environment friendly। ਕਹਿੰਦਾ ਜੀ ਇਸ ਕਰਕੇ ਉਹ environment ਲਈ ਚੰਗਾ ਨਹੀਂ ਗਾ। ਸੈਕਿੰਡ ਗੱਲ ਕਰ ਰਹੇ ਹਾਂ ਜੀ the burning process of plastic is quite slow and does not get completely burned easily। ਕਹਿੰਦਾ ਜੇਕਰ ਪਲਾਸਟਿਕ ਨੂੰ ਸਾੜਿਆ ਜਾਵੇ ਤਾਂ ਜਲਦੀ ਸੜਦਾ ਵੀ ਨਹੀਂ, ਠੀਕ ਹੈ ਜੀ, ਤੇ ਨਾ ਉਹ ਜਲਦੀ ਸੜਦਾ ਤੇ ਨਾ ਹੀ ਪੂਰੀ ਤਰ੍ਹਾਂ ਉਹ ਸੜਦਾ। In the process it release loads of poisonous fumes into atmosphere causing air polluting। ਕਹਿੰਦਾ ਜਦੋਂ ਅਸੀਂ ਸਾੜਦੇ ਹਾਂ ਉਹਦੇ ਨਾਲ ਕੀ ਹੁੰਦਾ ਜੀ? ਉਹ ਜ਼ਹਿਰੀਲਾ ਧੂੰਆਂ ਛੱਡਦਾ, ਜਿਹੜਾ ਧੂੰਆਂ ਕਿ ਹਵਾ ਨੂੰ ਪ੍ਰਦੂਸ਼ਿਤ ਕਰਦਾ ਤੇ ਹਵਾ ਪ੍ਰਦੂਸ਼ਣ ਦਾ ਵੀ ਕਾਰਨ ਬਣ ਜਾਂਦਾ ਹੈ ਪਲਾਸਟਿਕ। ਦਾ ਗਾਰਬੇਜ ਡੰਪ ਆਫ ਪਲਾਸਟਿਕ ਈਟਿੰਗ ਬਾਈ ਐਨੀਮਲਸ। ਜਿਹੜਾ ਕਿ ਇਸ ਗਾਰਬੇਜ ਹੁੰਦਾ ਪਲਾਸਟਿਕ ਦਾ ਜਿਹੜੇ ਜਾਨਵਰ ਖਾਂਦੇ ਨੇ। The plastic material chokes the respiratory system of these animals or forms a lining in their stomach and can be causes of their death। ਕਹਿੰਦਾ ਜਿਹੜਾ ਗਾਰਬੇਜ ਹੁੰਦਾ ਪਲਾਸਟਿਕ ਦਾ, ਜਿਹੜੇ ਜਾਨਵਰ ਖਾ ਲੈਂਦੇ ਨੇ, ਉਹ ਕੀ ਹੁੰਦਾ ਜੀ? ਉਹਨਾਂ ਦੇ ਅੰਦਰ ਸਾਹ ਕਿਰਿਆ ਰੋਕ ਦਿੰਦਾ, ਠੀਕ ਹੈ ਜੀ, ਉਹਨਾਂ ਦੇ ਪੇਟ ਦੇ ਅੰਦਰ ਇੱਕ ਲਾਈਨਿੰਗ ਬਣਾ ਦਿੰਦਾ। ਉਹਨਾਂ ਨਾਲ ਕੀ ਹੁੰਦਾ ਜੀ? ਉਹਨਾਂ ਨੂੰ ਸਾਹ ਲੈਣ 'ਚ ਪ੍ਰੋਬਲਮ ਹੁੰਦੀ ਜਾਨਵਰਾਂ ਨੂੰ। ਅਸੀਂ ਆਪਣੇ ਘਰਾਂ ਦੇ ਬਾਹਰ ਕੂੜਾ ਸੁੱਟਿਆ ਹੁੰਦਾ, ਉਹ ਕੂੜੇ ਨੂੰ ਜਾਨਵਰ ਖਾ ਲੈਂਦੇ ਨੇ ਤੇ ਉਹਨਾਂ ਦੇ ਅੰਦਰ ਕੀ ਹੁੰਦਾ? ਜੋ ਪਲਾਸਟਿਕ ਅੰਦਰ ਚੱਲ ਜਾਂਦਾ। ਅਸੀਂ ਹੁਣੇ ਗੱਲ ਕੀਤੀ ਹੈ ਜੀ ਪਲਾਸਟਿਕ ਕੀ ਹੈ? ਨੋਨ ਬਾਇਓਡੀਗ੍ਰੇਡੇਬਲ ਸਬਸਟੈਂਸ ਹੈ, ਉਹ ਜਲਦੀ ਗਲਦਾ ਨਹੀਂ। ਜੋ ਜਾਨਵਰ ਖਾ ਲੈਂਦੇ ਉਹਨਾਂ ਦੇ ਅੰਦਰ ਜਾ ਕੇ ਵੀ ਗਲਦਾ ਨਹੀਂ ਹੈ, ਤੇ ਕੀ ਹੋ ਜਾਏਗਾ ਜੀ? ਜੇ ਕੋਈ ਗਲੇਗਾ ਨਹੀਂ ਤਾਂ ਉਹਨਾਂ ਸਾਹ ਕਿਰਿਆ ਦੇ ਵਿੱਚ ਰੁਕ ਜਾਏਗਾ,
ठीक है, ਜਾਂ ਉਹਨਾਂ ਦੇ ਮੈਦੇ ਦੇ ਵਿੱਚ ਲਾਈਨਿੰਗ ਦੀ ਪਰਤ ਬਣਾ ਲੈਂਦਾ, ਉਹਨਾਂ ਨਾਲ ਕੀ ਹੁੰਦਾ ਜੀ, ਉਹਨਾਂ ਦੀ ਸਾਹ ਰੁਕ ਜਾਂਦਾ ਅਤੇ ਉਹਨਾਂ ਦੇ ਹਾਜ਼ਮਾ ਠੀਕ ਨਹੀਂ ਰਹਿੰਦਾ ਅਤੇ ਇਸ ਕਰਕੇ ਉਹਨਾਂ ਦੀ ਡੈਥ ਵੀ ਹੋ ਸਕਦੀ ਹੈ। ਸੁਜੈਸ਼ਨਸ, ਸਾਨੂੰ ਉਸ ਨੇ ਪਲਾਸਟਿਕ ਨੂੰ ਕਿਸ ਤਰ੍ਹਾਂ ਵਰਤੋਂ ਕਰਨੀ ਚਾਹੀਦੀ, ਉਹਦੇ ਸੁਝਾਅ ਕਿਹੜੇ ਕਿਹੜੇ ਨੇ ਦਿੱਤੇ ਨੇ, ਉਹਨਾਂ ਬਾਰੇ ਗੱਲ ਕਰ ਰਹੇ ਹਾਂ। ਡੂ ਨੋਟ ਥਰੂ ਪਲਾਸਟਿਕ ਬੈਗਸ ਇਨ ਦਾ ਵਾਟਰ ਬੋਡੀਜ਼ ਔਨ ਦੀਆਂ ਰੋਡਸ, ਕਹਿੰਦੇ ਸਾਨੂੰ ਪਲਾਸਟਿਕ ਦੇ ਬੈਗਸ ਨੂੰ ਪਾਣੀ ਦੇ ਵਿੱਚ ਨਹੀਂ ਸੁੱਟਣਾ ਚਾਹੀਦਾ, ਸਾਡੇ ਸੀਵਰੇਜ ਦੇ ਵਿੱਚ ਨਹੀਂ ਸੁੱਟਣਾ ਚਾਹੀਦਾ, ਜਾਂ ਸੜਕਾਂ ਉੱਪਰ ਨਹੀਂ ਸੁੱਟਣਾ ਚਾਹੀਦਾ, ਤਾਂ ਜੋ ਸਾਡੇ ਸੀਵਰ ਨਾ ਬੰਦ ਹੋਣ ਅਤੇ ਇੱਕ ਜਾਨਵਰ ਵੀ ਉਹਨਾਂ ਚੀਜ਼ਾਂ ਨੂੰ ਨਾ ਖਾ ਸਕਦੇ ਹੋਣ। ਟੇਕ ਏ ਕਾਟਨ ਕੈਰੀ ਬੈਗਸ ਔਰ ਜੂਟ ਬੈਗਸ ਵਾਈਲ ਗੋਇੰਗ ਫॉर ਸ਼ਾਪਿੰਗ, ਕਹਿੰਦਾ ਜਦੋਂ ਤੁਸੀਂ ਸ਼ਾਪਿੰਗ ਕਰਨ ਜਾਂਦੇ ਆ, ਬਾਹਰ ਕੁਛ ਲੈਣ ਜਾਂਦੇ ਆ, ਸਾਨੂੰ ਕਾਟਨ ਦੇ ਬੈਗ ਬਣਾ ਕੇ ਖੜਨੇ ਚਾਹੀਦੇ ਨੇ, ਜਿਹੜੇ ਅਸੀਂ ਘਰਾਂ ਵਿੱਚ ਥੈਲੇ ਬਣਾਏ ਨੇ ਉਹ ਖੜੋ, ਜਾਂ ਜੂਟ ਬੈਗ ਯੂਜ਼ ਕਰੋ। ਅਸੀਂ ਪਲਾਸਟਿਕ ਦੇ ਬੈਗ ਹੀ ਯੂਜ਼ ਨਾ ਕਰੀਏ। ਜੇਕਰ ਪਲਾਸਟਿਕ ਦੇ ਬੈਗ ਘਰ ਹੀ ਲੈ ਕੇ ਨਹੀਂ ਆਵਾਂਗੇ ਤਾਂ ਕੂੜਾ ਕਿੱਥੋਂ ਬਣੇਗਾ, ਇਹ ਵੀ ਸਾਡੇ ਕਰਕੇ ਘੱਟ ਜਾਵੇਗਾ, ਇੱਕ ਪ੍ਰੋਬਲਮ ਘੱਟ ਜਾਏਗੀ। ਟਰਾਈ ਟੂ ਮਿਨੀਮਾਈਜ਼ ਦਾ ਯੂਜ਼ ਆਫ ਪਲਾਸਟਿਕ ਮਟੀਰੀਅਲਸ, ਸਾਨੂੰ ਘੱਟ ਤੋਂ ਘੱਟ ਪਲਾਸਟਿਕ ਮਟੀਰੀਅਲ ਯੂਜ਼ ਕਰਨੇ ਚਾਹੀਦੇ ਨੇ। ਐਗਜ਼ਾਮਪਲ, ਯੂਜ਼ ਏ ਸਟੀਲ ਲੰਚ ਬਾਕਸ ਇੰਸਟੈਡ ਆਫ ਪਲਾਸਟਿਕ ਵਨ, ਕਹਿੰਦਾ ਸਾਨੂੰ ਸਟੀਲ ਦੇ ਲੰਚ ਬਾਕਸ ਯੂਜ਼ ਕਰਨੇ ਚਾਹੀਦੇ, ਸਟੀਲ ਦੀ ਚੀਜ਼ ਯੂਜ਼ ਕਰਨੀ ਚਾਹੀਦੇ ਨੇ, ਸਾਨੂੰ ਪਲਾਸਟਿਕ ਦੇ ਬੈਗ ਚੀਜ਼ਾਂ ਯੂਜ਼ ਨਹੀਂ ਕਰਨੀਆਂ ਚਾਹੀਦੀਆਂ। ਆਲਸੋ ਯੂਜ਼ 4R ਪ੍ਰਿੰਸੀਪਲਸ, ਸਾਨੂੰ 4R ਪ੍ਰਿੰਸੀਪਲ ਯੂਜ਼ ਕਰਨਾ ਚਾਹੀਦਾ। ਕਿਹੜੇ 4R ਪ੍ਰਿੰਸੀਪਲ ਨੇ ਜੀ? ਰਿਡਿਊਸ, ਰੀਯੂਜ਼, ਰੀਸਾਈਕਲ ਐਂਡ ਰਿਕਵਰ, ਸਾਨੂੰ ਪਲਾਸਟਿਕ ਨੂੰ ਰਿਡਿਊਸ ਕਰਨਾ ਚਾਹੀਦਾ, ਘੱਟ ਵਰਤੋਂ ਕਰਨੀ ਚਾਹੀਦੀ ਹੈ। ਰੀਯੂਜ਼, ਦੁਬਾਰਾ ਵਰਤੋਂ ਕਰਨੀ ਚਾਹੀਦੀ ਹੈ। ਰੀਸਾਈਕਲ, ਪਲਾਸਟਿਕ ਨੂੰ ਦੁਬਾਰਾ ਰੀਸਾਈਕਲ ਕਰਨਾ ਚਾਹੀਦਾ। ਰੀਸਾਈਕਲ ਦਾ ਮਤਲਬ ਕੀ ਹੈ ਜੀ? ਜਿਸ ਤਰ੍ਹਾਂ ਮੰਨ ਲਓ ਅਸੀਂ ਆਪਣੇ ਘਰਾਂ ਵਿੱਚ ਕੋਲਡ ਡਰਿੰਕ ਲਿਆਂਦੇ, ਜੂਸ ਲਿਆਂਦਾ, ਜੂਸ ਦੀ ਬੋਤਲ ਕੱਚ 'ਚ ਬਣੀ ਹੁੰਦੀ ਹੈ, ਪਲਾਸਟਿਕ ਦੇ ਵਿੱਚ ਬਣੀ ਹੁੰਦੀ ਹੈ। ਇਹ ਨਹੀਂ ਕਿ ਇੱਕ ਵਾਰੀ ਕੋਲਡ ਡਰਿੰਕ ਜਾਂ ਜੂਸ ਪੀ ਲਿਆ ਅਤੇ ਪਲਾਸਟਿਕ ਦੀ ਬੋਤਲ ਨੂੰ ਬਾਹਰ ਸੁੱਟ ਦਿਓ। ਅਸੀਂ ਉਸ ਨੂੰ ਦੁਬਾਰਾ ਵੀ ਕੋਈ ਚੀਜ਼ ਵਾਸਤੇ ਵਰਤ ਸਕਦੇ ਹਾਂ, ਪਾਣੀ ਰੱਖਣ ਵਾਸਤੇ ਵਰਤ ਸਕਦੇ ਹਾਂ, ਜਾਂ ਕੁਝ ਹੋਰ ਚੀਜ਼ ਲਿਕੁਇਡ ਸੰਭਾਲ ਕੇ ਰੱਖਣਾ ਹੋਵੇ ਉਹਦੇ ਅਸੀਂ ਯੂਜ਼ ਕਰਦੇ ਹਾਂ। ਇਸ ਕਰਕੇ ਪਲਾਸਟਿਕ ਨੂੰ ਰੀਸਾਈਕਲ ਵੀ ਕਰਨਾ ਚਾਹੀਦਾ। ਰਿਕਵਰ, ਇਹਨਾਂ ਚੀਜ਼ਾਂ ਨੂੰ ਰਿਕਵਰ ਵੀ ਕਰੋ। ਕਹਿੰਦਾ ਜੀ ਇਹ ਤਾਂ ਗੱਲਾਂ ਅਸੀਂ ਪਲਾਸਟਿਕ ਨੂੰ ਅਸੀਂ ਕਿਸ ਤਰ੍ਹਾਂ ਵਰਤੋਂ ਕਰਾਂਗੇ ਅਤੇ ਸਾਡੇ ਵਾਤਾਵਰਨ 'ਤੇ ਘੱਟ ਅਸਰ ਪਾਵੇ। ਡਿਵੈਲਪ ਹੈਬਿਟਸ ਵਿਚ ਆਰ ਇਨਵਾਇਰਮੈਂਟ ਫਰੈਂਡਲੀ, ਕਹਿੰਦਾ ਸਾਨੂੰ ਇਸ ਤਰ੍ਹਾਂ ਦੀਆਂ ਆਦਤਾਂ ਦਾ ਵਿਕਾਸ ਕਰਨਾ ਚਾਹੀਦਾ ਜਿਸ ਕਰਕੇ ਪਲਾਸਟਿਕ ਵੀ ਵਾਤਾਵਰਨ ਵਾਸਤੇ ਇੱਕ ਦੋਸਤ ਵੀ ਦਾ ਕੰਮ ਕਰ ਸਕੇ। ਪਲਾਸਟਿਕ ਦੇ ਨਾਲ ਵੀ ਸਾਨੂੰ ਵਾਤਾਵਰਨ ਦੇ ਕੋਈ ਵੀ ਨੁਕਸਾਨ ਨਾ ਹੁੰਦਾ ਸਕਦੇ। ਨੈਕਸਟ ਟੂ ਹੋਮਵਰਕ, ਸਾਰੀ ਵੀਡੀਓ ਜੋ ਤੁਹਾਨੂੰ ਮੈਂ ਕਰਵਾਇਆ ਜੀ ਉਹਦੇ ਅਕੋਰਡਿੰਗ ਮੈਂ ਤੁਹਾਨੂੰ ਕੁਝ ਹੋਮਵਰਕ ਦੇ ਰਹੀ ਹਾਂ ਜੋ ਤੁਸੀਂ ਆਪਣੀ ਸਾਇੰਸ ਦੀ ਕਾਪੀ 'ਤੇ ਕਰਨਾ ਹੈ। ਇਹ ਸਾਰੀ ਵੀਡੀਓ ਨੂੰ ਧਿਆਨ ਨਾਲ ਸੁਣੋ, ਵੇਖੋ ਅਤੇ ਪੜ੍ਹੋ, ਤੁਹਾਨੂੰ ਆਪਣੇ ਆਪ ਇਹਨਾਂ ਦੇ ਆਨਸਰ ਮਿਲ ਜਾਣਗੇ। ਇਹ ਬਹੁਤ ਹੀ ਈਜ਼ੀ ਆਨਸਰ ਨੇ, ਆਈ ਹੋਪ ਤੁਸੀਂ ਕਰ ਲਓਗੇ ਸਾਰੇ ਆਨਸਰਸ। ਪਹਿਲਾ ਕੁਐਸਚਨ, ਵਾਟ ਇਜ਼ ਥਰਮੋਪਲਾਸਟਿਕ, ਥਰਮੋਪਲਾਸਟਿਕ ਕੀ ਹੁੰਦਾ ਤੁਸੀਂ ਉਹ ਦੱਸਣਾ ਹੈ। ਵਾਟ ਇਜ਼ ਥਰਮੋਸੈਟਿੰਗ, ਫਿਰ ਥਰਮੋਸੈਟਿੰਗ ਕੀ ਹੁੰਦਾ ਤੁਸੀਂ ਉਹਦੇ ਬਾਰੇ ਦੱਸਣਾ ਹੈ। ਡਿਫਾਈਨ 4R ਪ੍ਰਿੰਸੀਪਲ, 4R ਪ੍ਰਿੰਸੀਪਲ ਕੀ ਹੁੰਦੀ ਹੈ, ਇਹਦੀ ਫੁੱਲ ਫਾਰਮ ਲਿਖ ਕੇ ਤੁਸੀਂ ਮੈਨੂੰ ਦੇਣੀ ਹੈ। ਫੋਰਥ ਕੁਐਸਚਨ, ਡਿਫਾਈਨ ਬਾਇਓਡੀਗ੍ਰੇਡੇਬਲ ਸਬਸਟੈਂਸਿਸ, ਬਾਇਓਡੀਗ੍ਰੇਡੇਬਲ ਸਬਸਟੈਂਸਿਸ ਕਿਹੜੇ ਹੁੰਦੇ ਨੇ ਉਹਨਾਂ ਬਾਰੇ ਲਿਖਣਾ। ਫਿਫਥ ਕੁਐਸਚਨ, ਪਲਾਸਟਿਕ ਇਜ਼ ਨੋਨ ਰਿਐਕਟਿਵ, ਕਹਿੰਦਾ ਜੀ ਪਲਾਸਟਿਕ ਨੋਨ ਰਿਐਕਟਿਵ ਹੈ। ਇਫ ਯੈਸ, ਯੈਸ ਉੱਪਰ ਟਿਕ ਲਾਓ, ਇਫ ਨੋ ਤਾਂ ਨੋ ਉੱਪਰ ਟਿਕ ਲਾਓ। ਓਕੇ, ਥੈਂਕ ਯੂ ਬੇਟਾ ਜੀ।